देवेगा यीशु नजात तो पापी बंदे सुन के आ यीशु दी आवाज़। ओ पापी बंदे सुन के आ यीशु दी आवाज़। देवेगा यीशु नजात तो पापी बंदे सुन के आ यीशु दी आवाज़। ओ पापी बंदे सुन के आ यीशु दी आवाज़। लेके आ जा बोझ नाले लेके रो तेरी उड़ीक लई खड़ा। लेके आ जा बोझ नाले लेके रो तेरी उड़ीक लई खड़ा। करके क्षमा वो देवेगा, करके क्षमा वो देवेगा। वक्त सुनहरी ना गवा पापी बंदे सुन के आ यीशु दी आवाज़। ओ पापी बंदे सुन के आ यीशु दी आवाज़। देवेगा यीशु नजात तो पापी बंदे सुन के आ यीशु दी आवाज़। ओ पापी बंदे सुन के आ यीशु दी आवाज़। बाप अते बेटे अते रूह पाक दे नाम उते आमीन। साडे प्रभु यीशु मसीह दा फजल, खुदा बाप दा प्रेम ते रूह पाक दी सांझ तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭੈਣੋ ਤੇ ਭਰਾਓ, ਅਸੀਂ ਪਾਕ ਹਫ਼ਤੇ ਵਿੱਚੋਂ ਦੀ ਲੰਘ ਰਹੇ ਹਾਂ। ਖਾਸ ਤੌਰ ਤੇ ਅੱਜ ਬੁੱਧਵਾਰ ਦਾ ਦਿਨ ਹੈ ਤੇ ਕੱਲ ਤੋਂ ਖਾਸ ਤੇ ਮਹਾਨ ਈਦਾਂ ਅਤੇ ਖਾਸ ਘਟਨਾਵਾਂ ਤੇ ਨਾਲ ਹੀ ਖਾਸ ਪਵਿੱਤਰ ਰੀਤਾਂ ਦੇ ਵਿੱਚ ਅਸੀਂ ਪ੍ਰਵੇਸ਼ ਕਰਨ ਜਾ ਰਹੇ ਹਾਂ। ਪਿਆਰਿਓ, ਇਹ ਖਾਸ ਸਮਾਂ ਹੈ ਸਾਡੇ ਸਾਰਿਆਂ ਦੇ ਲਈ, ਹਰ ਇੱਕ ਵਿਸ਼ਵਾਸੀ ਦੇ ਲਈ, ਹਰ ਇੱਕ ਮਸੀਹੀ ਦੇ ਲਈ, ਕਿ ਅਸੀਂ ਵੀ ਪ੍ਰਭੂ ਯਿਸੂ ਮਸੀਹ ਦੇ ਨਾਲ ਉਸ ਦੇ ਦੁੱਖਾਂ ਵਿੱਚ ਸ਼ਰੀਕ ਹੋਈਏ। ਅਸੀਂ ਜਾਣਦੇ ਹਾਂ ਕਿ ਇਸ ਪਾਕ ਹਫ਼ਤੇ ਦੇ ਦੌਰਾਨ ਪ੍ਰਭੂ ਯਿਸੂ ਦੇ ਨਾਲ ਉਹਦੇ ਦੁੱਖਾਂ ਵਿੱਚ ਸ਼ਰੀਕ ਹੋਣ ਦਾ ਮਤਲਬ ਹੈ ਕਿ ਵੱਧ ਤੋਂ ਵੱਧ ਦੁਆ ਪ੍ਰਾਰਥਨਾ ਦੇ ਰਾਹੀਂ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਵਿੱਚ ਪੇਸ਼ ਕਰਨਾ। ਬੇਸ਼ੱਕ ਸਾਡੇ ਬਹੁਤ ਕੰਮਕਾਰ ਹਨ, ਅਸੀਂ ਮਸ਼ਰੂਫ ਹਾਂ, ਕਈ ਕੰਮਾਂ ਵਿੱਚ ਬਿਜ਼ੀ ਹਾਂ, ਪਰ ਬਾਰ-ਬਾਰ ਪ੍ਰਭੂ ਸਾਨੂੰ ਇਹੀ ਕਹਿ ਰਿਹਾ ਹੈ ਕਿ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਵੀ ਪਰਤਾਵੇ ਵਿੱਚ ਨਾ ਪਵੋ। ਇਸ ਆਵਾਜ਼ ਨੂੰ ਅਸੀਂ ਸੁਣਨਾ ਅਤੇ ਸਮਝਣਾ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ। ਇਹ ਜੋ ਸਮਾਂ ਸਾਨੂੰ ਹੁਣ ਮਿਲ ਰਿਹਾ ਹੈ ਇਹਨਾਂ ਪਵਿੱਤਰ ਰੀਤਾਂ ਵਿੱਚ ਭਾਗ ਲੈਣ ਦਾ, ਇਹਨਾਂ ਰੋਜ਼ਾਂ ਦੇ ਵਿੱਚ, ਖਾਸ ਤੌਰ 'ਤੇ ਇਸ ਪਾਕ ਹਫ਼ਤੇ ਵਿੱਚ ਇਹਨਾਂ ਪਵਿੱਤਰ ਰੀਤਾਂ ਦੇ ਰਾਹੀਂ ਪ੍ਰਭੂ ਦੇ ਨਾਲ ਇੱਕ ਆਪਣਾ ਗਹਿਰਾ ਰਿਸ਼ਤਾ ਕਾਇਮ ਕਰਨ ਦੇ ਲਈ ਸਾਨੂੰ ਇੱਕ ਮੌਕਾ ਮਿਲ ਰਿਹਾ ਹੈ। ਇਸ ਮੌਕੇ ਦਾ ਅਸੀਂ ਆਪ ਖੁਦ ਲਾਭ ਉਠਾਉਣਾ ਹੈ, ਫਾਇਦਾ ਉਠਾਉਣਾ ਹੈ। ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤੇ ਜਿਨ੍ਹਾਂ ਰੀਤਾਂ ਵਿੱਚ ਅਸੀਂ ਭਾਗ ਲਵਾਂਗੇ ਉਹਨਾਂ ਵਿੱਚ ਸ਼ਰੀਕ ਹੋਣ ਦੇ ਨਾਲ ਹੀ ਸਾਡੇ ਗੁਨਾਹ ਗਲਤੀਆਂ ਮਾਫ ਹੁੰਦੇ ਆ, ਅਸੀਂ ਖੁਦਾ ਦੀਆਂ ਬਰਕਤਾਂ ਹਾਸਲ ਕਰਦੇ ਹਾਂ, ਫਿਰ ਤੋਂ ਖੁਦਾ ਨਾਲ ਸਾਡਾ ਇੱਕ ਗਹਿਰਾ ਰਿਸ਼ਤਾ ਕਾਇਮ ਹੋ ਜਾਂਦਾ ਹੈ। ਅਤੇ ਅਸੀਂ ਇਹ ਸਿੱਧ ਕਰਦੇ ਹਾਂ ਕਿ ਜੇਕਰ ਅਸੀਂ ਪ੍ਰਭੂ ਦੇ ਦੁੱਖਾਂ ਵਿੱਚ ਉਸ ਦੇ ਨਾਲ ਹਾਂ ਤਾਂ ਫਿਰ ਕੀ ਹੋਏਗਾ, ਅਤੇ ਉਸ ਦੀ ਮਹਿਮਾ ਵਿੱਚ ਵੀ ਉਸ ਦੇ ਨਾਲ ਹੋਵਾਂਗੇ। ਇਹ ਵਾਅਦਾ ਹੈ ਹਮੇਸ਼ਾ ਸਾਨੂੰ ਦੱਸਿਆ ਜਾਂਦਾ ਵਚਨ ਦੇ ਰਾਹੀਂ, ਕਲੀਸਿਆ ਦੇ ਰਾਹੀਂ। ਪ੍ਰਭੂ ਖੁਦ ਸਾਨੂੰ ਇਹ ਕਹਿੰਦਾ ਹੈ, ਜੇਕਰ ਮੇਰੇ ਦੁੱਖਾਂ ਵਿੱਚ ਤੁਸੀਂ ਨਾਲ ਹੋ ਤਾਂ ਤੁਸੀਂ ਮੇਰੀ ਮਹਿਮਾ ਵਿੱਚ ਵੀ ਸ਼ਰੀਕ ਹੋਵੋਗੇ। ਆਓ ਇਹਨਾਂ ਆਉਣ ਵਾਲੇ ਦਿਨਾਂ ਵਿੱਚ ਜੋ ਕੁਝ ਦਿਨ ਰਹਿ ਗਏ ਹਨ, ਖਾਸ ਤੌਰ 'ਤੇ ਕੱਲ੍ਹ ਦੀ ਈਦ ਹੈ, ਆਖਰੀ ਭੋਜਨ ਦੀ, ਚੇਲਿਆਂ ਦੇ ਪੈਰ ਧੋਣ ਦੀ ਰਸਮ ਦੀ,
ਉਸ ਤੋਂ ਬਾਅਦ ਗੁੱਡ ਫਰਾਈਡੇ ਦੀ ਪਾਕ ਸ਼ੁੱਕਰਵਾਰ ਦੀ ਪ੍ਰਭੂ ਯਿਸੂ ਦੀ ਸਲੀਬੀ ਮੌਤ ਦੀ ਇੱਕ ਮਸੀਹੀ ਦੇ ਜੀਵਨ ਵਿੱਚ ਇਹੀ ਮਹਾਨ ਘਟਨਾਵਾਂ, ਇਹ ਮਹਾਨ ਇੱਦਾਂ ਸਭ ਤੋਂ ਵੱਧ ਅਹਿਮੀਅਤ ਰੱਖਦੀਆਂ ਹਨ। ਜੇਕਰ ਆਪਾਂ ਇਹਨਾਂ ਵਿੱਚ ਸ਼ਰੀਕ ਹੋਵਾਂਗੇ ਫਿਰ ਹੀ ਅਸੀਂ ਈਸਟਰ ਦੀ ਜੋ ਖੁਸ਼ੀ ਹੈ, ਉਸ ਦਾ ਜੋ ਜਸ਼ਨ ਹੈ ਅਤੇ ਉਸ ਦੇ ਵਿੱਚ ਜੋ ਬਰਕਤਾਂ ਹਨ ਅਸੀਂ ਹਾਸਲ ਕਰ ਸਕਾਂਗੇ। ਆਓ ਅੱਜ ਦੇ ਇਹਨਾਂ ਪਵਿੱਤਰ ਭੇਦਾਂ ਨੂੰ ਯੋਗ ਢੰਗ ਨਾਲ ਮਨਾਉਣ ਲਈ ਆਪਣੇ ਆਪ ਦੀ ਤਿਆਰੀ ਕਰੀਏ। ਸਾਰੇ ਗਲਤੀਆਂ ਗੁਨਾਹ ਤੋਂ ਮਾਫੀ ਮੰਗਦੇ ਹੋਏ ਪਛਤਾਏ ਭਰੇ ਦਿਲ ਨਾਲ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਾਂ ਸਦਾ ਕੁਆਰੀ ਮਰੀਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। प्रभु हम पर दया करो, हे प्रभु हम पर दया करो। प्रीत है क्षमा करो सारे गुनाहों को, क्षमा करो सारे गुनाहों को। हे प्रभु हम पर दया करो, हे प्रभु हम पर दया करो, दया करो, हम पर दया करो। ਅਸੀਂ ਪ੍ਰਾਰਥਨਾ ਕਰੀਏ। ਐ ਮਿਹਰਬਾਨ ਖੁਦਾ ਸਾਡੇ ਬਾਪ, ਤੇਰੀ ਮਰਜ਼ੀ ਸੀ ਕਿ ਸਾਡੇ ਲਈ ਤੇਰਾ ਆਗਿਆਕਾਰ ਬੇਟਾ ਪ੍ਰਭੂ ਯਿਸੂ ਸਲੀਬ ਦਾ ਜੂਲਾ ਆਪਣੇ ਉੱਤੇ ਲੈ ਲਵੇ ਤਾਂ ਜੋ ਸਾਨੂੰ ਵੈਰੀ ਸ਼ੈਤਾਨ ਦੇ ਫੰਦਿਆਂ ਤੋਂ ਛੁਟਕਾਰਾ ਮਿਲ ਸਕੇ। ਬਖਸ਼ ਦੇ ਕਿ ਅਸੀਂ ਤੇਰੇ ਸੇਵਕ ਜੀ ਉੱਠਣ ਦੀ ਮਹਿਮਾ ਤੱਕ ਪਹੁੰਚ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗ ਢੰਗ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਯਸ਼ਾਇਆ ਨਬੀ ਦੀ ਪੁਸਤਕ ਵਿੱਚੋਂ ਉਸ ਦਾ 50 ਬਾਬ 4 ਤੋਂ 9 ਆਇਤ ਤੱਕ। ਪ੍ਰਭੂ ਪਰਮੇਸ਼ਵਰ ਨੇ ਮੈਨੂੰ ਸਿਖਾਇਆ ਹੈ ਕਿ ਮੈਂ ਥੱਕੇ ਹੋਏ ਨੂੰ ਸਹਾਰਾ ਦੇਣ ਦੇ ਲਈ ਕੀ ਕਿਹਾ। ਹਰ ਸਵੇਰ ਨੂੰ ਉਹ ਮੈਨੂੰ ਉਸ ਦੇ ਸੁਣਨ ਲਈ ਉਤਾਵਲਾ ਕਰ ਦਿੰਦਾ ਹੈ। ਜੋ ਉਹ ਮੈਨੂੰ ਸਿਖਾਉਣਾ ਚਾਹੁੰਦਾ ਹੈ, ਪ੍ਰਭੂ ਨੇ ਮੈਨੂੰ ਸਮਝ ਦਿੱਤੀ ਹੈ ਅਤੇ ਮੈਂ ਉਸ ਦਾ ਨਾ ਵਿਰੋਧ ਕਰਦਾ ਹਾਂ ਅਤੇ ਨਾ ਹੀ ਉਸ ਵੱਲੋਂ ਮੂੰਹ ਮੋੜਦਾ ਹਾਂ। ਮੈਂ ਆਪਣੇ ਮਾਰਨ ਵਾਲਿਆਂ ਸਾਹਮਣੇ ਆਪਣਾ ਪਿੰਡਾ ਨੰਗਾ ਕਰ ਦਿੰਦਾ ਹਾਂ ਅਤੇ ਉਹ ਜਦੋਂ ਮੇਰਾ
अपमान करते हैं ਜਾਂ मेरी दाढ़ी ਦੇ ਵਾਲ ਪੁੱਟਦੇ ਹਨ ਜਾਂ ਮੇਰੇ ਮੂੰਹ ਉੱਤੇ ਥੁੱਕਦੇ ਹਨ ਤਾਂ ਮੈਂ ਉਹਨਾਂ ਨੂੰ ਰੋਕਦਾ ਨਹੀਂ ਹਾਂ, ਪਰ ਉਹਨਾਂ ਦਾ ਅਪਮਾਨ ਮੇਰਾ ਨੁਕਸਾਨ ਨਹੀਂ ਕਰ ਸਕਦਾ, ਕਿਉਂਕਿ ਪ੍ਰਭੂ ਪਰਮੇਸ਼ਵਰ ਮੇਰੀ ਮਦਦ ਕਰਦਾ ਹੈ। ਇਸ ਲਈ ਮੈਂ ਉਸ ਅਪਮਾਨ ਨੂੰ ਝੱਲਦਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ, ਕਿਉਂਕਿ ਪਰਮੇਸ਼ਵਰ ਨੇੜੇ ਹੈ ਅਤੇ ਉਹ ਮੈਨੂੰ ਨਿਹਕਲੰਕ ਸਿੱਧ ਕਰੇਗਾ। ਕਿ ਕੋਈ ਮੈਨੂੰ ਦੋਸ਼ੀ ਸਿੱਧ ਕਰ ਸਕਦਾ ਹੈ? ਤਾਂ ਆਓ ਅਸੀਂ ਅਦਾਲਤ ਵਿੱਚ ਚੱਲੀਏ ਅਤੇ ਉਸ ਨੂੰ ਮੇਰੇ ਵਿਰੁੱਧ ਸਬੂਤ ਲਿਆਉਣ ਦਿਓ। ਪ੍ਰਭੂ ਪਰਮੇਸ਼ਵਰ ਆਪ ਮੇਰਾ ਬਚਾਅ ਕਰੇਗਾ, ਫਿਰ ਮੈਨੂੰ ਦੋਸ਼ੀ ਕੌਣ ਠਹਿਰਾ ਸਕਦਾ ਹੈ? ਉਹ ਸਭ ਉਸ ਕੱਪੜੇ ਦੇ ਵਾਂਗ ਨਾਸ਼ ਹੋ ਜਾਣਗੇ ਜਿਸ ਨੂੰ ਕੀੜਾ ਖਾ ਸਕਦਾ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। खुदावंद मेरी तू यो कर रखवाली, मेरा सब भरोसा तू यो है रबवाली। ए खुदावंद मेरी तू यो कर रखवाली, मेरा सब भरोसा तू यो है रबवाली। मेरी जान खुदा नू हो के दिखाई, मेरी जान खुदा नू हो के दिखाई। तेरे बाजों मेरी नहीं है बाजों मेरी नहीं है भलाई। ए खुदावंद मेरी तू यो कर रखवाली, मेरा सब भरोसा तू यो है रबवाली, तू यो है रबवाली, तू यो है रबवाली। घर घर में अंजील सुनाएंगे, प्यारे यीशु का नाम बताएंगे। घर घर में अंजील सुनाएंगे, प्यारे यीशु का नाम बताएंगे। ऐसा छेड़ेंगे मिलकर तराना, जाग उठेगा सारा ज़माना। ऐसा छेड़ेंगे मिलकर तराना, जाग उठेगा सारा ज़माना। भूले भटकों को राह पर लाएंगे, प्यारे यीशु का नाम बताएंगे। घर घर में अंजील सुनाएंगे,
प्यारे यीशु का नाम बताएंगे। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਕ ਪਵਿੱਤਰ ਅੰਜੀਲ ਦਾ ਸਨਮਤੀ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 26 ਅਧਿਆਇ 14 ਤੋਂ 25 ਆਇਤ। ਤਦ 12 ਵਿੱਚੋਂ ਇੱਕ ਜੋ ਯਹੂਦਾ ਇਸਕਰਿਓਤੀ ਅਖਵਾਉਂਦਾ ਸੀ ਮਹਾਪੁਰੋਹਿਤਾਂ ਕੋਲ ਗਿਆ ਅਤੇ ਕਿਹਾ, ਜੇਕਰ ਮੈਂ ਉਸ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵਾਂ ਤਾਂ ਤੁਸੀਂ ਮੈਨੂੰ ਕੀ ਦੇਵੋਗੇ? ਉਹਨਾਂ ਨੇ ਉਸ ਨੂੰ ਚਾਂਦੀ ਦੇ 30 ਸਿੱਕੇ ਦਿੱਤੇ। ਉਸੇ ਪਲ ਤੋਂ ਉਹ ਉਸ ਨੂੰ ਧੋਖੇ ਨਾਲ ਫੜਵਾਉਣ ਲਈ ਮੌਕਾ ਪਾਲਣ ਲੱਗਾ। ਹੁਣ ਬੇਖਮੀਰੀ ਰੋਟੀ ਦੇ ਪਹਿਲੇ ਦਿਨ ਚੇਲੇ ਇਹ ਕਹਿੰਦੇ ਹੋਏ ਯਿਸੂ ਕੋਲ ਆਏ, ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਪਾਸਕਾ ਭੋਜਨ ਖਾਣ ਦੀ ਤਿਆਰੀ ਕਰੀਏ? ਉਸਨੇ ਕਿਹਾ, ਸ਼ਹਿਰ ਵਿੱਚ ਫਲਾਣੇ ਆਦਮੀ ਕੋਲ ਜਾਵੋ ਅਤੇ ਉਸ ਨੂੰ ਕਹੋ, ਗੁਰੂ ਜੀ ਕਹਿੰਦੇ ਹਨ, ਮੇਰਾ ਸਮਾਂ ਨੇੜੇ ਹੈ, ਮੈਂ ਆਪਣੇ ਚੇਲਿਆਂ ਦੇ ਨਾਲ ਤੁਹਾਡੇ ਘਰ ਵਿੱਚ ਪਾਸਕਾ ਮਨਾਵਾਂਗਾ। ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਆਦੇਸ਼ ਦਿੱਤਾ ਸੀ ਅਤੇ ਉਹਨਾਂ ਨੇ ਪਾਸਕਾ ਦੀ ਤਿਆਰੀ ਕੀਤੀ। ਜਦੋਂ ਸ਼ਾਮ ਹੋਈ ਤਾਂ ਉਹ 12 ਚੇਲਿਆਂ ਦੇ ਨਾਲ ਭੋਜਨ ਕਰਨ ਲਈ ਬੈਠਿਆ। ਜਦੋਂ ਉਹ ਖਾ ਰਹੇ ਸਨ, ਉਸਨੇ ਕਿਹਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਧੋਖਾ ਕਰੇਗਾ। ਉਹ ਸਾਰੇ ਬਹੁਤ ਹੀ ਉਦਾਸ ਹੋ ਗਏ ਅਤੇ ਇੱਕ ਇੱਕ ਕਰਕੇ ਉਸ ਨੂੰ ਪੁੱਛਣ ਲੱਗੇ, ਪ੍ਰਭੂ, ਕੀ ਉਹ ਮੈਂ ਹਾਂ? ਉਸਨੇ ਉੱਤਰ ਦਿੱਤਾ, ਜਿਸ ਨੇ ਆਪਣਾ ਹੱਥ ਮੇਰੇ ਨਾਲ ਥਾਲੀ ਵਿੱਚ ਡੁਬੋਇਆ ਹੈ, ਉਹ ਮੇਰੇ ਨਾਲ ਵਿਸ਼ਵਾਸਘਾਤ ਕਰੇਗਾ। ਮਨੁੱਖ ਦਾ ਪੁੱਤਰ ਤਾਂ ਉਸੇ ਤਰ੍ਹਾਂ ਜਾਂਦਾ ਹੈ ਜਿਸ ਤਰ੍ਹਾਂ ਉਸ ਦੇ ਬਾਰੇ ਲਿਖਿਆ ਗਿਆ ਹੈ, ਪਰ ਅਫਸੋਸ ਹੈ ਉਸ ਆਦਮੀ ਉੱਤੇ ਜਿਸ ਦੇ ਰਾਹੀਂ ਮਨੁੱਖ ਦੇ ਪੁੱਤਰ ਨਾਲ ਵਿਸ਼ਵਾਸਘਾਤ ਕੀਤਾ ਜਾਵੇ। ਉਸ ਆਦਮੀ ਲਈ ਇਹੀ ਚੰਗਾ ਹੁੰਦਾ ਜੇਕਰ ਉਹ ਪੈਦਾ ਹੀ ਨਾ ਹੁੰਦਾ। ਯਹੂਦਾ ਨੇ ਜੋ ਉਸ ਦਾ ਵਿਸ਼ਵਾਸਘਾਤ ਕਰਨ ਵਾਲਾ ਸੀ ਕਿਹਾ, ਗੁਰੂ ਜੀ, ਕੀ ਉਹ ਮੈਂ ਹਾਂ? ਯਿਸੂ ਨੇ ਉਸ ਨੂੰ ਕਿਹਾ, ਤੁਸੀਂ ਇਹ ਆਪ ਹੀ ਕਿਹਾ ਹੈ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਪਿਆਰੇ ਭੈਣੋ ਤੇ ਭਰਾਓ, ਅਸੀਂ ਜਾਣਦੇ ਹਾਂ ਕਿ ਪ੍ਰਭੂ ਯਿਸੂ ਨੇ 12 ਚੇਲਿਆਂ ਨੂੰ ਖਾਸ ਤੌਰ ਤੇ ਰਸੂਲ ਬਣਨ ਦਾ ਅਧਿਕਾਰ ਜਾਂ ਰੁਤਬਾ ਬਖਸ਼ਿਆ। ਪ੍ਰਭੂ ਯਿਸੂ ਦੇ ਬਹੁਤ ਸਾਰੇ ਚੇਲੇ ਸਨ, ਪਰ ਉਹਨਾਂ ਵਿੱਚੋਂ ਉਹਨਾਂ ਨੇ 12 ਨੂੰ ਚੁਣਿਆ ਅਤੇ ਰਸੂਲ ਮਖਸੂਸ ਕੀਤਾ, ਯਾਨੀ ਨਿਯੁਕਤ ਕੀਤਾ। ਉਹਨਾਂ ਵਿੱਚੋਂ ਇੱਕ ਹੈ ਯਹੂਦਾ ਇਸਕਰਿਓਤੀ। ਪ੍ਰਭੂ ਯਿਸੂ ਜੋ ਖੁਦਾ ਹੈ, ਉਸ ਨੂੰ ਬਿਲਕੁਲ ਸਾਫ਼-ਸਾਫ਼ ਪਤਾ ਹੈ ਕਿ ਇਹਨਾਂ ਵਿੱਚੋਂ ਇੱਕ ਕੌਣ ਹੈ ਜੋ ਉਸ ਦੇ ਨਾਲ ਧੋਖਾ ਕਰਨ ਜਾ ਰਿਹਾ ਹੈ, ਉਸ ਦੇ ਨਾਲ ਵਿਸ਼ਵਾਸਘਾਤ ਕਰਨ ਜਾ ਰਿਹਾ ਹੈ। ਇਹ ਸਾਰਾ ਕੁਝ ਜਾਣਨ ਦੇ ਬਾਵਜੂਦ ਵੀ, ਪ੍ਰਭੂ ਯਿਸੂ ਸਭ ਕੁਝ ਨੂੰ ਜਾਣਨ ਦੇ ਬਾਵਜੂਦ ਵੀ ਉਸ ਇਨਸਾਨ ਨੂੰ ਜਿਸ ਨੂੰ ਉਸਨੇ ਰਸੂਲ ਬਣਾਇਆ ਹੈ, ਜੋ ਉਸ ਦੇ ਨਾਲ ਰਹਿੰਦਾ ਹੈ, ਉਸ ਦੀਆਂ ਗੱਲਾਂ ਸੁਣਦਾ ਹੈ, ਵਚਨ ਸੁਣਦਾ ਹੈ, ਸਾਰੇ ਚਮਤਕਾਰ ਵੇਖਦਾ ਹੈ, ਉਸ ਦੇ ਬਾਰੇ ਸਭ ਕੁਝ ਜਾਣਨ ਦੇ ਬਾਵਜੂਦ ਵੀ ਪ੍ਰਭੂ ਯਿਸੂ ਉਸ ਦੇ ਨਾਲ 1% ਤੱਕ ਵੀ ਵਿਤਕਰਾ ਨਹੀਂ ਕਰਦਾ। ਜਿਸ ਤਰ੍ਹਾਂ ਪ੍ਰਭੂ ਯਿਸੂ ਬਾਕੀ 11 ਦੇ ਨਾਲ ਵਿਵਹਾਰ ਕਰਦਾ ਹੈ, ਉਸੇ ਤਰੀਕੇ ਨਾਲ ਇਸ ਵਿਸ਼ਵਾਸਘਾਤੀ ਯਹੂਦਾ ਇਸਕਰਿਓਤੀ ਨਾਲ ਵੀ ਉਸੇ ਤਰ੍ਹਾਂ ਦਾ ਹੀ ਸਲੂਕ ਕਰਦਾ ਹੈ। ਯਾਨੀ ਕਿ ਜੇਕਰ ਪ੍ਰਭੂ ਯਿਸੂ ਨੇ ਸਾਰਿਆਂ ਦੇ ਪੈਰ ਧੋਤੇ, ਇਹਦਾ ਮਤਲਬ ਉਸ ਦੇ ਵੀ ਪੈਰ ਧੋਤੇ ਹੈ। ਜੇਕਰ ਪ੍ਰਭੂ ਯਿਸੂ ਨੇ ਸਾਰਿਆਂ ਨੂੰ ਰੋਟੀ ਵੰਡ ਕੇ ਦਿੱਤੀ ਤਾਂ ਸਭ ਨੂੰ ਬਰਾਬਰ ਦਾ ਹਿੱਸਾ ਦਿੱਤਾ, ਉਸੇ ਤਰ੍ਹਾਂ ਯਹੂਦਾ ਇਸਕਰਿਓਤੀ ਨੂੰ ਵੀ ਉਸੇ ਰੋਟੀ ਦੇ ਵਿੱਚੋਂ, ਉਸੇ ਥਾਲੀ ਵਿੱਚੋਂ ਜਾਂ ਉਸੇ ਪਿਆਲੇ ਦੇ ਵਿੱਚੋਂ ਭੋਜਨ ਦਿੱਤਾ।
ਪ੍ਰਭੂ ਯਿਸੂ ਨੇ ਸਮਾਨਤਾ ਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਉਸ ਨੂੰ ਪਿਆਰ, ਕੇਅਰ ਤੇ ਉਸ ਦੇ ਨਾਲ ਆਪਣੀ ਇੱਕ ਸਦਭਾਵਨਾ ਨੂੰ ਸਾਂਝਾ ਕੀਤਾ। ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ। ਜਦ ਕਿ ਪ੍ਰਭੂ ਯਿਸੂ ਜਾਣਦਾ ਸੀ ਕਿ ਇਹ ਇਨਸਾਨ ਮੈਨੂੰ ਧੋਖਾ ਦੇਵੇਗਾ, ਮੇਰੇ ਨਾਲ ਵਿਸ਼ਵਾਸਘਾਤ ਕਰੇਗਾ। ਇਹ ਸਾਰਾ ਕੁਝ ਇਸ ਤਰ੍ਹਾਂ ਇਸ ਲਈ ਹੋ ਰਿਹਾ ਹੈ ਕਿਉਂਕਿ ਜੋ ਆਪਾਂ ਪਹਿਲਾ ਪਾਠ ਆਪਾਂ ਸੁਣਿਆ ਯਸ਼ਾਇਆ ਨਬੀ ਦੀ ਪੁਸਤਕ ਵਿੱਚੋਂ 50 ਅਧਿਆਇ 4 ਤੋਂ 9 ਐਤ, ਇਹ ਭਵਿੱਖਬਾਣੀ ਦੇ ਤੌਰ ਦੇ ਵਿੱਚ ਕਈ ਸੌ ਸਾਲ ਪਹਿਲਾਂ ਹੀ ਲਿਖ ਦਿੱਤਾ ਗਿਆ ਸੀ। ਉਹ ਸਾਰੀਆਂ ਗੱਲਾਂ ਜੋ ਲਿਖ ਦਿੱਤੀਆਂ ਗਈਆਂ ਆ ਉਹਨਾਂ ਸਾਰੀਆਂ ਦਾ ਪ੍ਰਭੂ ਯਿਸੂ ਮਸੀਹ ਦੇ ਜੀਵਨ ਵਿੱਚ ਹੋਣਾ, ਘਟਨਾ ਇਹ ਲਾਜ਼ਮੀ ਹੈ। ਪਰ ਪ੍ਰਭੂ ਯਿਸੂ ਸਿਰਫ ਇੱਕ ਹੀ ਗੱਲ ਕਰਦਾ ਹੈ ਕਿ ਅਫਸੋਸ ਹੈ ਉਸ ਇਨਸਾਨ ਦੇ ਲਈ ਜਿਸ ਦੇ ਰਾਹੀਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ। ਸ਼ਾਇਦ ਯਹੂਦਾ ਇਸਕਰਿਓਤੀ ਪ੍ਰਭੂ ਯਿਸੂ ਮਸੀਹ ਨਾਲ ਰਹਿੰਦਾ ਹੋਇਆ ਵੀ ਉਸ ਨੂੰ ਕਦੀ ਨਹੀਂ ਜਾਣ ਸਕਿਆ। ਉਸਨੇ ਸ਼ਾਇਦ ਪ੍ਰਭੂ ਯਿਸੂ ਨੂੰ ਸਿਰਫ ਇੱਕ ਗੁਰੂ ਵਜੋਂ ਜਾਂ ਇੱਕ ਸਿੱਖਿਆ ਦੇਣ ਵਾਲੇ ਵਜੋਂ ਹੀ ਜਾਂ ਫਿਰ ਇੱਕ ਨਬੀ ਵਾਂਗੂ ਹੀ ਸਮਝਿਆ, ਕਦੀ ਉਸ ਨੂੰ ਖੁਦਾ ਨਹੀਂ ਸਮਝਿਆ। ਇਸੇ ਕਰਕੇ ਉਸਨੇ ਪ੍ਰਭੂ ਦਾ ਜੋ ਮੁੱਲ ਪਾਇਆ ਉਹ ਸਿਰਫ ਚਾਂਦੀ ਦੇ 30 ਸਿੱਕੇ ਹੀ ਸੀ। ਤੇ ਚਾਂਦੀ ਦੇ 30 ਸਿੱਕਿਆਂ ਦੇ ਲਈ ਉਸਨੇ ਪ੍ਰਭੂ ਯਿਸੂ ਮਸੀਹ ਦੇ ਨਾਲ ਵਿਸ਼ਵਾਸਘਾਤ ਕੀਤਾ। ਜੇਕਰ ਉਹ ਇਸ ਤਰ੍ਹਾਂ ਨਾ ਕਰਦਾ ਤੇ ਅੱਜ ਆਪਾਂ ਉਹਨੂੰ ਵਿਸ਼ਵਾਸਘਾਤੀ ਨਹੀਂ ਸੀ ਕਹਿਣਾ, ਅੱਜ ਆਪਾਂ ਉਹਨੂੰ ਇੱਕ ਸੰਤ ਕਹਿਣਾ ਸੀ, ਇੱਕ ਸੱਚਾ ਰਸੂਲ ਕਹਿਣਾ ਸੀ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਨਾਲ ਕੁਰਬਾਨੀਆਂ ਕਰਦਾ ਜਾਂ ਪ੍ਰਭੂ ਯਿਸੂ ਦੇ ਦੁੱਖਾਂ ਵਿੱਚ ਸ਼ਰੀਕ ਹੁੰਦਾ। ਉਸ ਨੂੰ ਸਮਾਨ ਰੁਤਬਾ ਜਾਂ ਸਮਾਨ ਭਾਵਨਾ ਦੇ ਵਿੱਚ ਆਦਰ ਸਤਿਕਾਰ ਸਾਰੀ ਕਲੀਸਿਆ ਨੇ ਦੇਣਾ ਸੀ। ਪਿਆਰੋ, ਸਿਰਫ ਯਹੂਦਾ ਇਸਕਰਿਓਤੀ ਨਹੀਂ, ਅਸੀਂ ਇਸ ਦੇ ਨਾਲੋਂ ਜ਼ਿਆਦਾ ਬਿਹਤਰ ਨਹੀਂ ਆ ਜਾਂ ਇਸ ਦੇ ਨਾਲੋਂ ਜ਼ਿਆਦਾ ਚੰਗੇ ਨਹੀਂ ਆ। ਸਾਡੇ ਵਿੱਚ ਵੀ ਵਿਸ਼ਵਾਸਘਾਤ ਜਾਂ ਧੋਖਾ ਦੇਣ ਦੀ ਭਾਵਨਾ ਉਦੋਂ ਉਜਾਗਰ ਹੁੰਦੀ ਹੈ ਜਦੋਂ ਅਸੀਂ ਖੁਦਾ ਨੂੰ ਛੱਡ ਦਿੰਦੇ ਹਾਂ। ਇੱਕ ਵਾਰ ਤੁਸੀਂ ਖੁਦਾ ਨੂੰ ਜਾਣ ਲਿਆ ਕਿ ਉਹ ਸੱਚਾ ਖੁਦਾ ਹੈ, ਉਹਦੇ ਪਿਆਰ ਨੂੰ ਤੁਸੀਂ ਮਹਿਸੂਸ ਕੀਤਾ ਹੈ, ਤੁਸੀਂ ਗਿਰਜੇ ਦੇ ਵਿੱਚ ਪ੍ਰੋਤਾਂ ਦੇ ਸਾਹਮਣੇ ਸਾਰੀ ਸੰਗਤ ਦੇ ਸਾਹਮਣੇ ਸਹੁੰ ਚੁੱਕੀਆਂ, ਪ੍ਰਤਿਗਿਆਵਾਂ ਕੀਤੀਆਂ ਹਨ, ਖਾਸ ਤੌਰ 'ਤੇ ਆਪਣੀ ਬਪਤਿਸਮੇ ਦੇ ਵੇਲੇ। ਵਚਨ ਕਹਿੰਦਾ ਆ, ਪ੍ਰਭੂ ਯਿਸੂ ਕਹਿ ਰਿਹਾ ਕਿ ਜਿਸ ਨੇ ਇੱਕ ਵਾਰੀ ਆਪਣਾ ਹੱਥ ਹਲ ਉੱਤੇ ਰੱਖਿਆ ਆ ਅਤੇ ਹਲ ਉੱਤੇ ਹੱਥ ਰੱਖ ਕੇ ਫਿਰ ਵੀ ਉਹ ਵਾਪਸ ਦੇਖ ਰਿਹਾ ਆ, ਪਿੱਛੇ ਨੂੰ ਵੇਖ ਰਿਹਾ ਆ, ਉਹ ਖੁਦਾ ਦੇ ਰਾਜ ਦੇ ਯੋਗ ਨਹੀਂ ਆ। ਯਾਨੀ ਕਿ ਜੋ ਹਲ ਵਾਉਂਦੇ ਆ ਕਿਸਾਨ ਆ, ਉਹ ਕਦੀ ਪਿੱਛੇ ਨੂੰ ਨਹੀਂ ਦੇਖਦੇ, ਉਹ ਸਿਰਫ ਅੱਗੇ ਨੂੰ ਵੇਖਦੇ ਆ। ਉਹ ਅੱਗੇ ਨੂੰ ਵੇਖਦੇ ਆ ਅਤੇ ਜੋ ਵੀ ਉਹ ਆਪਣਾ ਕੰਮ ਆ ਉਹਦੇ ਉੱਤੇ ਪੂਰਾ ਫੋਕਸ ਕਰਦੇ ਆ, ਧਿਆਨ ਦਿੰਦੇ ਆ। ਤਾਂ ਸਿਰਫ ਅੱਗੇ ਨੂੰ ਦੇਖ ਕੇ ਹੀ ਆਪਣੀ ਫਸਲ ਬੀਜਦੇ ਆ ਜਾਂ ਉਸ ਦੀ ਰਾਖੀ ਕਰਦੇ ਆ, ਪਿੱਛੇ ਨੂੰ ਕਦੀ ਨਹੀਂ ਵੇਖਦੇ। ਯਾਨੀ ਕਿ ਅਸੀਂ ਜੇਕਰ ਸਲੀਬ ਰੂਪੀ ਹਲ ਨੂੰ ਇੱਕ ਵਾਰੀ ਥੰਮ ਲਿਆ ਜਾਂ ਉਸ ਨੂੰ ਆਪਾਂ ਸਵੀਕਾਰ ਕਰ ਲਿਆ, ਸਵੀਕਾਰ ਕਰਨ ਤੋਂ ਬਾਅਦ ਵੀ ਜੇਕਰ ਆਪਾਂ ਉਸ ਨੂੰ ਛੱਡ ਦਿੰਦੇ ਹਾਂ, ਗਿਰਜੇ ਜਾਣਾ ਛੱਡ ਦਿੰਦੇ ਹਾਂ, ਇਹਨਾਂ ਪਵਿੱਤਰ ਰੀਤਾਂ ਵਿੱਚ ਭਾਗ ਲੈਣਾ ਛੱਡ ਦਿੰਦੇ ਹਾਂ, ਯਾਨੀ ਕਿ ਸਾਡੇ ਵਿੱਚ ਵਿਸ਼ਵਾਸ ਨਹੀਂ ਆ, ਫਿਰ ਕੀ ਆ? ਵਿਸ਼ਵਾਸਘਾਤ ਹੈ। ਸਾਡੇ ਵਿੱਚ ਵਿਸ਼ਵਾਸ ਨਹੀਂ ਹੈ, ਉਹਦੀ ਥਾਂ 'ਤੇ ਸਾਡੇ ਵਿੱਚ ਵਿਸ਼ਵਾਸਘਾਤ ਹੈ। ਅਸੀਂ ਯਹੂਦਾ ਇਸਕਰਿਓਤੀ ਨਾਲੋਂ ਕਿਸੇ ਵੀ ਤਰ੍ਹਾਂ ਸ਼ਾਇਦ ਬਿਹਤਰ ਨਹੀਂ ਆ, ਚੰਗੇ ਨਹੀਂ ਆ। ਇਸ ਕਰਕੇ ਜੇਕਰ ਤੁਸੀਂ ਮਸੀਹੀ ਹੋ ਤਾਂ ਆਪਣੇ ਵਿਸ਼ਵਾਸ ਦੀ ਪਰਖ ਕਰੋ ਕਿ ਮੈਂ ਕਿੰਨਾ ਕੁ ਪ੍ਰਭੂ ਦੇ ਨੇੜੇ ਹਾਂ, ਕਿੰਨੀ ਕੁ ਸ਼ਰਧਾ ਭਾਵਨਾ ਨਾਲ ਵਿਸ਼ਵਾਸ ਦੇ ਨਾਲ ਮੈਂ ਪ੍ਰਭੂ ਦੀ ਪੈਰਵੀ ਕਰ ਰਿਹਾ ਹਾਂ। ਆਪਣੇ ਕੰਮਾਂ ਦੇ ਰਾਹੀਂ, ਆਪਣੇ ਬੋਲਾਂ, ਸੋਚਾਂ, ਵਿਚਾਰਾਂ ਦੇ ਰਾਹੀਂ, ਆਪਣੇ ਪਰਿਵਾਰ ਦੇ ਵਿੱਚ, ਕਲੀਸਿਆ ਸੰਗਤ ਦੇ ਵਿੱਚ ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਸ ਤਰ੍ਹਾਂ ਨਿਭਾ ਰਿਹਾ ਹਾਂ। ਜੇਕਰ ਆਪਾਂ ਨਹੀਂ ਨਿਭਾ ਰਹੇ, ਜੇਕਰ ਆਪਾਂ ਸਵਾਰਥੀ ਹਾਂ ਜਾਂ ਆਪਾਂ ਲਾਲਚੀ ਹਾਂ, ਤਾਂ ਆਪਾਂ ਯਹੂਦਾ ਇਸਕਰਿਓਤੀ ਵਰਗੇ ਹਾਂ। ਇਹ ਸਮਾਂ ਖਾਸ ਤੌਰ 'ਤੇ ਇਸੇ ਗੱਲ 'ਤੇ ਹੀ ਧਿਆਨ ਦੇਣ ਲਈ ਹੈ ਕਿ ਜੇਕਰ ਆਪਾਂ ਇਸ ਤਰ੍ਹਾਂ ਕੁਛ ਕੀਤਾ ਹੈ, ਪ੍ਰਭੂ ਦੇ ਖਿਲਾਫ ਧੋਖਾ ਦੇਣ ਦੇ ਲਈ ਜਾਂ ਵਿਸ਼ਵਾਸਘਾਤ ਕੀਤਾ ਹੈ, ਅਸੀਂ ਵਾਪਸ ਰੋਂਦੇ ਹੋਏ, ਪਛਤਾਵਾ ਕਰਦੇ ਹੋਏ ਪ੍ਰਭੂ ਦੇ ਅੱਗੇ ਆਈਏ, ਮਾਫੀ ਮੰਗ ਕੇ ਪ੍ਰਭੂ ਦੇ ਨਾਲ ਫਿਰ ਤੋਂ ਮੇਲ ਕਰੀਏ, ਇੱਕ ਰਿਸ਼ਤਾ ਕਾਇਮ ਕਰੀਏ। ਆਓ ਅਸੀਂ ਇਸ ਫਜ਼ਲ ਲਈ ਪ੍ਰਾਰਥਨਾ ਕਰਾਂਗੇ। ਸਰਵਸ਼ਕਤੀਮਾਨ ਪਿਤਾ ਪਰਮੇਸ਼ਰ, ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ, ਖਾਸ ਤੌਰ 'ਤੇ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਜੋ ਸਾਨੂੰ ਬਖਸ਼ਿਆ ਹੈ। ਪਿਤਾ ਪਰਮੇਸ਼ਰ, ਸਾਡੇ ਉੱਤੇ ਖਾਸ ਤੌਰ 'ਤੇ ਆਪਣੀ ਕਿਰਪਾ ਕਾਇਮ ਰੱਖੋ। ਸੱਚੇ ਦਿਲ ਨਾਲ, ਸੱਚੀ ਸ਼ਰਧਾ ਅਤੇ ਵਿਸ਼ਵਾਸ ਦੇ ਨਾਲ
ਤੁਹਾਡੀ ਪੈਰਵੀ ਕਰਨ ਲਈ ਸਾਨੂੰ ਸਾਰਿਆਂ ਨੂੰ ਬਰਕਤ ਦਿਓ, ਸਾਡਾ ਮਾਰਗਦਰਸ਼ਨ ਕਰੋ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। सूली वाले आशा की नजरा तेनू चढ़ावा मैं, यीशु सूली वाले आशा की नजरा तेनू चढ़ावा मैं। गीत तेरे नाद शाफी लोकां नू सुनावा मैं, गीत तेरे नाद शाफी लोकां नू सुनावा मैं। तेरे विच दरबार में आया, दिल नजराना नाल ले आया। तेरे विच दरबार में आया, दिल नजराना नाल ले आया। मेरे ते कर रहम दसाया, दुखा तो छुट जावा मैं। मेरे ते कर रहम दसाया, दुखा तो छुट जावा मैं। यीशु सूली वाले आशा की नजरा तेनू चढ़ावा मैं। गीत तेरे नाद शाफी लोकां नू सुनावा मैं, लोकां नू सुनावा मैं, हाँ लोकां नू सुनावा मैं। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਇੱਥੇ ਚੜਾਏ ਜਾਣ ਵਾਲੇ ਨਜ਼ਰਾਨਿਆਂ ਨੂੰ ਕਬੂਲ ਕਰ ਅਤੇ ਆਪਣੀ ਮਿਹਰ ਨਾਲ ਸਾਨੂੰ ਇਹ ਵਰਦਾਨ ਬਖਸ਼ ਕਿ ਤੇਰੇ ਬੇਟੇ ਯਿਸੂ ਦੇ ਦੁੱਖ ਤਸੀਹਾਂ ਦੇ ਭੇਦ ਨੂੰ ਮਨਾਉਂਦੇ ਹੋਏ ਅਸੀਂ ਇਸ ਦੇ ਲਾਭਦਾਇਕ ਫਲ ਨੂੰ ਮਹਿਸੂਸ ਕਰ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਰੋਜ਼ਾਂ ਦੇ ਸਮੇਂ ਦੀ ਕਦਰ ਕਰਨ ਨਾਲ ਤੂੰ ਸਾਡੀਆਂ ਗਲਤੀਆਂ ਨੂੰ ਸੁਧਾਰਦਾ ਹੈ ਅਤੇ ਸਾਡੇ ਮਨਾਂ ਨੂੰ ਆਪਣੇ ਵੱਲ ਖਿੱਚਦਾ ਹੈ। ਤੂੰ ਸਾਨੂੰ ਨੇਕੀ ਅਤੇ ਪਵਿੱਤਰਤਾ ਵਿੱਚ ਵਧਣ ਲਈ ਮਦਦ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਦੀਵੀ ਜੀਵਨ ਦੇ ਇਨਾਮ ਪੇਸ਼ ਕਰਦਾ ਹੈ। ਇਸ ਲਈ ਹੁਣ ਅਸੀਂ ਸੰਤਾਂ ਅਤੇ ਫਰਿਸ਼ਤਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। पाक 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 खुदावन सदा, पाक 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 खुदावन सदा, खुदा
ਵਸਦਾ ਲਸ਼ਕਰਾਂ ਦਾ ਖੁਦਾ, ਖੁਦਾ ਵਸਦਾ ਲਸ਼ਕਰਾਂ ਦਾ ਖੁਦਾ। ਜ਼ਮੀਨ ਅਸਮਾਨ ਤੇਰੀ ਵਡਿਆਈਆਂ ਨਾਲ ਭਰੇ ਹਨ, ਉੱਚਿਆਂ ਵਿੱਚੋਂ ਹੋਸਨਾ। ਜ਼ਮੀਨ ਅਸਮਾਨ ਤੇਰੀ ਵਡਿਆਈਆਂ ਨਾਲ ਭਰੇ ਹਨ, ਉੱਚਿਆਂ ਵਿੱਚੋਂ ਹੋਸਨਾ, 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 ਹੋਸਨਾ। ਪਾਕ 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 ਖੁਦਾ ਵਸਦਾ, ਪਾਕ 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 ਖੁਦਾ ਵਸਦਾ, ਖੁਦਾ ਵਸਦਾ ਲਸ਼ਕਰਾਂ ਦਾ ਖੁਦਾ, ਖੁਦਾ ਵਸਦਾ ਲਸ਼ਕਰਾਂ ਦਾ ਖੁਦਾ। ਉਹ ਤਨ ਹੈ ਖੁਦਾਵੰਦ ਨਾਮ ਦੇ ਉੱਤੇ ਜੋ ਆਉਂਦਾ ਹੈ ਉੱਚਿਆਂ ਵਿੱਚੋਂ ਹੋਸਨਾ। ਉਹ ਤਨ ਹੈ ਖੁਦਾਵੰਦ ਨਾਮ ਦੇ ਉੱਤੇ ਜੋ ਆਉਂਦਾ ਹੈ ਉੱਚਿਆਂ ਵਿੱਚੋਂ ਹੋਸਨਾ, 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 ਹੋਸਨਾ। ਪਾਕ 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 ਖੁਦਾ ਵਸਦਾ, ਪਾਕ 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 ਖੁਦਾ ਵਸਦਾ, ਖੁਦਾ ਵਸਦਾ ਲਸ਼ਕਰਾਂ ਦਾ ਖੁਦਾ, ਖੁਦਾ ਵਸਦਾ ਲਸ਼ਕਰਾਂ ਦਾ ਖੁਦਾ। ਇਹ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪ ਆਗ ਨੂੰ ਭੇਜ ਕੇ ਇਹਨਾਂ ਨਜ਼ਾਰਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ, ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ
ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੁਕਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੇ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤੰਦ ਸੁਲਾ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲਤ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੱਕ। ਆਮੀਨ। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚ ਆਉਣ ਲਈ ਉਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾਓ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ, ਤਾਂ ਆਪਣੇ ਸੁਲਾ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ले ले खुदा दे तू दुनिया दे गुनाह नु चुक ले जांदा। अज साडे उत्ते दया करो, अज साडे उत्ते दया करो। ए ले ले खुदा दे तू दुनिया दे गुनाह नु चुक ले जांदा। अज साडे उत्ते दया करो, अज साडे उत्ते दया करो। ऐ ले ले खुदा दे तू दुनिया दे गुनाह नु चुक ले जांदा।
ਅੱਜ ਸਾਨੂੰ ਸ਼ਾਂਤੀ ਪ੍ਰਦਾਨ ਕਰੋ, ਅੱਜ ਸਾਨੂੰ ਸ਼ਾਂਤੀ ਪ੍ਰਦਾਨ ਕਰੋ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲਿਆ ਜਾਂਦਾ ਹੈ। ਧੰਨ ਹਨ ਉਹ ਜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। आओ पाक शराकत लैन चलिए, यीशु सारियां नूं कोल गुलाम दा, थके मांदियां ते पार हेठां दबिया, दुखी दिलां नूं आराम पहुंचावदा। आओ पाक शराकत लैन चलिए, यीशु सारियां नूं कोल गुलाम दा, थके मांदियां ते पार हेठां दबिया, दुखी दिलां नूं आराम पहुंचावदा। जिंदा रोटी मैं जिंदगी दी, यीशु ने फरमाया है। जिंदा रोटी मैं जिंदगी दी, यीशु ने फरमाया है। उतर आया आसमाना तो तरस इंसान उते आया है, जेड़ा साफ दिल नाल रोटी कामदा, उते जिंदगी सदा वाली पावदा। थके मांदियां ते पार हेठां दबिया, दुखी दिलां नूं आराम पहुंचावदा। आओ पाक शराकत ले चलिए, यीशु सारियां नूं कोल गुलाम दा, थके मांदियां ते पार हेठां दबिया, दुखी दिलां नूं आराम पहुंचावदा। दुखी दिलां नूं आराम पहुंचावदा, दुखी दिलां नूं आराम पहुंचावदा। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਖੁਦਾ ਸਾਡੇ ਬਾਪ, ਸਾਨੂੰ ਇਹ ਪੱਕਾ ਯਕੀਨ ਦਿਵਾ ਦੇ ਕਿ ਤੇਰੇ ਬੇਟੇ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਰਾਹੀਂ ਜਿਸ ਦੀ ਇਹ ਪਾਕ ਭੇਦ ਗਵਾਹੀ ਦਿੰਦੇ ਹਨ, ਸਾਨੂੰ ਅਨੰਤ ਜੀਵਨ ਹਾਸਲ ਕਰਾਂਗੇ। ਐ ਪੂਰੀ ਕੁਦਰਤ ਵਾਲੇ ਖੁਦਾ ਬਾਪ, ਸਾਨੂੰ ਇਹ ਪੱਕਾ ਵਿਸ਼ਵਾਸ ਹੈ ਕਿ ਤੇਰੇ ਬੇਟੇ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ, ਜਿਸ ਨੂੰ ਅਸੀਂ ਇਹਨਾਂ ਪਵਿੱਤਰ ਭੇਦਾਂ ਰਾਹੀਂ ਮਨਾਇਆ ਹੈ, ਸਾਨੂੰ ਅਨੰਤ ਜੀਵਨ ਪ੍ਰਦਾਨ ਕਰੇਗੀ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਭ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। खुदा दा शुक्र होवे। दुआ याद कर ऐ निहायत मेहरबान कुआरी मरियम, भई कदे नहीं सुनिया गया कि कोई भी तेरी पनाह लभदिया, तेरी मदद चाहुंदिया, तेरी सिफारिश मंगदिया
ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਾਰੇ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਜਾਨ ਹਕੀਕ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। तेरा लहू, तेरा लहू, तेरा लहू, तेरा लहू, तेरा लहू पाक करता है, तेरा लहू कुव्वत देता है। तेरा लहू, तेरा लहू, तेरा लहू पाक करता है, तेरा लहू कुव्वत देता है। तेरा लहू, तेरा लहू, तेरे लहू की धार से मिटते गुनाह और खिलते हैं फूल। हाँ, तेरे लहू की धार से मिटते गुनाह और खिलते हैं फूल। तेरा लहू, तेरा लहू धो करके साफ करता है, तेरा लहू कुव्वत देता है। तेरा लहू, तेरा लहू धो करके साफ करता है, तेरा लहू कुव्वत देता है। तेरा लहू, तेरा लहू, तेरा लहू पाक करता है, तेरा लहू कुव्वत देता है। तेरा लहू, तेरा लहू,